नमस्कार, खबरों के इस बुलेटिन में आपका स्वागत है। मैं हूं धर्मेंद्र संधू। खबरों की शुरुआत करते हैं सुर्खियों के साथ। पंजाब में कोरोना का कहर जारी। श्री मुक्तसर साहब के गिद्दड़बाहा में लगा लॉकडाउन। कोरोना मरीजों की संख्या बढ़ने पर प्रशासन ने लिया फैसला। लॉकडाउन में शाही युवा। हरियाणा के गौरव आसरी की शॉर्ट फिल्म न्यूयॉर्क इंडियन फिल्म फेस्टिवल के लिए चयनित। वहीं पंजाब की जसप्रीत ने ऑल इंडिया डांस कंपटीशन में हासिल किया पहला स्थान। पंजाब पर मंडराया नया खतरा। सरहदी जिले फाजिलका में टिड्डी दल को लेकर हाई अलर्ट जारी। टिड्डी दल से निपटने के लिए प्रशासन ने की तैयारियां। अब खबरें विस्तार से। पंजाब के जिला श्री मुक्तसर साहब के हलका गिद्दड़बाहा में कोरोना मरीजों की संख्या बढ़ने से 3 दिन के लिए लॉकडाउन किया गया है। पेश है रिपोर्ट। पूरे संसार के साथ ही भारत में भी कोरोना का कहर जारी है। इसी के चलते पंजाब के जिला श्री मुक्तसर साहब के हलका गिद्दड़बाहा में कोरोना मरीजों की संख्या बढ़ने से 3 दिन के लिए लॉकडाउन किया गया है। 27 जून से लेकर 29 जून तक पूर्ण रूप से लॉकडाउन रहेगा। बता दें कि गिद्दड़बाहा में कोरोना के 14 मरीज आने पर प्रशासन ने यह फैसला लिया है। साथ ही सुभाष नगर और रूपनगर को सील किया गया है। मैं प्रशासन को यही अपील करनी चाहना है जी, जो ये स्थिति बनी है, जे ये बारे पहला ही कोई नोटिस साडे कोई ध्यान से लिया होंदा, जो हुण ये बुढ़ियां बेचारियां लोग बसां ते आए आ, ये खराब ना होंदे। हुण असीं दूरी आ रहे इन्हां नूं इन्हां दे घरां तक छड्डण दी कोशिश कर रहे हैं, बेचारे खराब ना होण। जिहड़ा 27 ਦਾ ਕੀਤਾ ਸੀਗਾ, 27 ਨੂੰ ਇਹ लॉकडाउन ਹੁੰਦਾ ਤਾਂ बहुत ठीक ਸੀਗਾ ਜੀ। 27 ਤਰੀਕ ਸਵੇਰ 5 ਵਜੇ ਤੋਂ ਜਿਹੜਾ ਹੈ ਬੱਸਾਂ ਦਾ ਲਾਕਡਾਊਨ ਲੱਗਿਆ ਹੈ। 30 ਤਰੀਕ ਸਵੇਰ 5 ਵਜੇ ਤੱਕ ਜੋ ਸਰਕਾਰ ਨੇ ਸਾਨੂੰ ਗਾਈਡਲਾਈਨਸ ਦਿੱਤੀ ਹੈ, ਅਸੀਂ ਉਹਦਾ ਹੁਕਮ ਮੰਨਣ ਲਈ ਤਿਆਰ ਹਾਂ। ਪਰ ਜੋ ਸਾਡੀਆਂ ਬੱਸਾਂ ਅੱਜ ਚੱਲ ਰਹੀਆਂ ਸੀ, ਮੰਨੋ ਕੋ ਡੱਬ ਵਾਲੀ ਤੋਂ ਗਿੱਦੜਬਾਹਾ ਤੋਂ ਮੁਕਤਸਰ ਤੋਂ ਫਰੀਦਕੋਟ, ਇਹ ਬੱਸਾਂ ਤੇ ਜੋ ਸਾਡੀ ਸਵਾਰੀ ਗਈ ਸੀ ਗਾਮਸ਼ਾ, ਉਹ ਸਾਡੇ ਨਾਲ ਇੱਥੇ ਵਾਪਸ ਆਉਣੀ ਸੀਗੀ। ਬੇਨਤੀ ਆਏ ਆ ਕਿਰਪਾ ਕਰਕੇ ਵੀ ਉਹ ਜਿਹੜੀਆਂ ਸਵਾਰੀਆਂ ਸਾਨੂੰ ਤੂੰ ਮੈਂ ਕਰਦੀਆਂ ਵੀ ਤੁਸੀਂ ਬੱਸਾਂ ਸਾਨੂੰ ਲੈ ਗਏ ਸੇ ਸਾਨੂੰ ਛੱਡ ਕੇ ਨਹੀਂ ਆ ਰਹੇ, ਤੁਸੀਂ ਕਹਿੰਦੇ ਲਾਕਡਾਊਨ ਲੱਗ ਗਿਆ, ਅਸੀਂ ਗਾਮਸ਼ਾ ਕਿੱਥੇ ਜਾਈਏ। ਬੇਨਤੀ ਹੈ ਵੀ ਸਾਨੂੰ ਤੁਸੀਂ ਪਹਿਲਾਂ ਦੱਸ ਦਿੰਦੇ, ਅਸੀਂ ਤੜਕੇ ਤੋਂ ਹੀ ਬੱਸਾਂ ਦਾ ਬੰਦ ਕਰ ਦਿੰਦੇ, ਲੋੜ ਹੀ ਨਹੀਂ ਸੀ। ਆਪਣੇ ਇੱਕ ਵਿਪਨ ਸੇਠੀ ਜਿਹੜਾ 18 ਤਰੀਕ ਨੂੰ ਉਹਦੇ 19 ਤਰੀਕ ਨੂੰ ਸੈਂਪਲ ਲਿੱਤਾ ਗਿਆ ਸੀ, ਉਹ ਪੋਜ਼ਿਟਿਵ ਆਇਆ। ਉਹਨੂੰ ਸਿੰਪਟਮ ਸੀ ਸਿਰਫ ਕਿ ਬੁਖਾਰ ਦੀ ਤਕਲੀਫ ਸੀਗੀ, ਬੁਖਾਰ ਦੇ ਨਾਲ ਉਹ ਆਇਆ ਤਾਂ ਉਹ ਪੋਜ਼ਿਟਿਵ ਆਇਆ ਸੀ। ਤਾਂ ਅਸੀਂ ਉਹਦੇ ਕੰਟੈਕਟ ਟਰੇਸ ਕੀਤੇ। ਉਹਦੇ 47 ਜਿਹੜੇ ਕੰਟੈਕਟ ਸੀ ਉਹਨਾਂ ਦੇ ਅਸੀਂ ਟਰੇਸ ਕਰਕੇ ਉਹਨਾਂ ਦੇ ਸੈਂਪਲ ਲਿੱਤੇ। ਤਾਂ ਉਹਨਾਂ ਦੇ ਸੈਂਪਲਾਂ ਦੇ ਵਿੱਚੋਂ ਉਹਦੇ ਕੰਟੈਕਟ ਦੇ ਵਿੱਚੋਂ 9 ਜਿਹੜੇ ਉਹਦੇ ਕੰਟੈਕਟ ਸੀ ਉਹ ਪੋਜ਼ਿਟਿਵ ਆ ਗਏ ਤੇ ਇੱਕ ਹੋਰ ਜਿਹੜੀ ਹੈ ਬਬਲੀ ਉਹ ਪੋਜ਼ਿਟਿਵ ਆਈ ਹੈ ਆਪਣੇ ਕੋਲ। ਕੰਟੈਕਟ ਜਿਹੜੇ ਟੋਟਲ ਜਿਹੜੇ ਪੋਜ਼ਿਟਿਵ ਆਏ, ਅਸੀਂ ਫਰਦਰ ਜਿਹੜੇ ਪੋਜ਼ਿਟਿਵ ਅੱਗੇ ਆ ਰਹੇ ਆ ਉਹਨਾਂ ਦੇ ਕੰਟੈਕਟਸ ਦੇ ਵੀ ਪੋਜ਼ਿਟਿਵ ਟੈਸਟ ਕਰ ਰਹੇ ਹਾਂ। ਅਸੀਂ ਅੱਜ ਤੱਕ ਅਸੀਂ 115 ਜਿਹੜੇ ਕੰਟੈਕਟਸ ਆ ਉਹਨਾਂ ਦੇ ਸੈਂਪਲਿੰਗ ਆ ਜਿਹੜੀ ਅਸੀਂ ਸੈਂਪਲ ਲੈ ਚੁੱਕੇ ਹਾਂ ਤੇ ਇਹਨਾਂ ਦੀ ਰਿਪੋਰਟ ਆ ਜਿਵੇਂ ਆਈ ਜਾਏਗੀ ਉਹਨਾਂ ਨੂੰ ਰਿਪੋਰਟ ਅਸੀਂ ਅੱਗੇ ਦੇਖਦੇ ਰਹਾਂਗੇ। ਜਿੰਨੇ ਪੇਸ਼ੈਂਟ ਆਪਣੇ ਐਡਮਿਟ ਕੀਤੇ ਆ ਉਹ ਸਾਰੇ ਠੀਕ ਹੈ, ਉਹਨਾਂ ਨੂੰ ਕੋਈ ਤਕਲੀਫ ਨਹੀਂ ਹੈ, ਕੋਈ ਸਿੰਪਟਮ ਵੀ ਨਹੀਂ ਹੈ। ਇਹ ਹੈ ਕਿ ਉਹਨਾਂ ਨੂੰ ਆਬਜ਼ਰਵ ਕੀਤਾ ਜਾਏਗਾ। ਬਾਈ ਚਾਂਸ ਜੇ ਤਕਲੀਫ ਬਣਦੀ ਹੈ ਜਾਂ ਕੋਈ ਸਿੰਪਟਮ ਆਉਂਦੇ ਆ ਤਾਂ ਉਹਦੇ ਹਿਸਾਬ ਨਾਲ ਉਹਨੂੰ ਟਾਈਮਲੀ ਜਿਹੜਾ ਉਹਦੇ ਜਿਹੜੇ ਮੈਨੇਜਮੈਂਟ ਕੀਤੀ ਜਾਵੇ। ਇਸ ਕਰਕੇ ਉਹਨਾਂ ਨੂੰ ਅੰਡਰ ਆਬਜ਼ਰਵੇਸ਼ਨ ਰੱਖਿਆ ਹੋਇਆ। ਇਹ ਲੋਕਡਾਊਨ ਤਾਂ ਇਹ ਸੀ ਕਿ ਕੁਛ ਲੋਕ ਜਿਹੜੇ ਆਪਣੇ ਮੰਡੀ 'ਚ ਇਹ ਸੀ ਕਿ ਜਿਹੜੀਆਂ ਹਦਾਇਤਾਂ ਉਹਨਾਂ ਦੀ ਪਾਲਣਾ ਕੁਛ ਘੱਟ ਕਰ ਰਹੇ ਸੀ। ਜਿਵੇਂ ਕਿ ਦੇਖਿਆ ਜਾਵੇ ਮਾਸਕ ਨਹੀਂ ਕਈ ਪਾ ਕੇ ਬਿਨਾਂ ਮਾਸਕ ਤੋਂ ਸੜਕਾਂ 'ਤੇ ਘੁੰਮ ਰਹੇ ਸੀ ਜਾਂ ਡਿਸਟੈਂਸਿੰਗ ਮੇਨਟੇਨ ਨਹੀਂ ਕਰ ਰਹੇ ਸੀ। ਇਸ ਨਾਲ ਵਧਣ ਦਾ ਖਤਰਾ ਸੀ। ਤਾਂ ਉਹਦੇ ਨਾਲ ਲੋਕਡਾਊਨ ਨਾਲ ਫਾਇਦਾ ਇਹ ਹੋਏਗਾ ਕਿ ਹੁਣ ਜਿੰਨੇ ਕੁ ਵੀ ਉਹਦੇ ਕੰਟੈਕਟ ਪੋਜ਼ਿਟਿਵ ਦੇ ਹੈਗੇ ਆ, ਅਸੀਂ ਉਹਨਾਂ ਨੂੰ ਬੁਲਾ ਕੇ ਟੈਸਟ ਕਰਵਾ ਕੇ ਸੈਂਪਲਿੰਗ ਕਰਵਾ ਕੇ ਦੇਖ ਲੈਂਦੇ ਹਾਂ। ਉਹਨਾਂ 'ਚ ਕੋਈ ਪੋਜ਼ਿਟਿਵ ਨਾ ਆਇਆ ਤਾਂ ਘੱਟੋ ਘੱਟ ਆਪਣੀ ਜਿਹੜੀ ਅੱਗੇ ਫੈਲਣ ਹੋਇਆ ਜਿਹੜੀ ਬਿਮਾਰੀ ਬਚ ਜਾਏਗੀ। ਉਹ ਸੀ ਹਾਂ ਸੇਠੀ ਪਰਿਵਾਰ ਦੇ ਜਿਹੜੇ 2 ਮੈਂਬਰ ਸੀ ਉਹ ਸੈਂਟਰਲ ਬੈਂਕ 'ਚ ਉਹਨਾਂ ਦਾ ਆਉਣ ਜਾਣ ਰਿਹਾ। ਤਾਂ ਉੱਥੇ ਬੈਂਕ ਦੇ 8 ਮੁਲਾਜ਼ਮ ਸੀ, ਉਹਨਾਂ ਨੂੰ ਅਸੀਂ ਇੱਕ ਵਾਰੀ ਹੋਮ ਕੁਆਰੰਟਾਈਨ ਕਰ ਦਿੱਤਾ ਤੇ ਉਹਨਾਂ ਨੂੰ ਸਾਰਿਆਂ ਨੂੰ ਕਿਹਾ ਕਿ ਉਹ ਆਪ ਆ ਕੇ ਸੈਂਪਲਿੰਗ ਦੇ ਕਰਵਾਉਣ ਇੱਥੇ ਕੋਵਿਡ ਦੀ। ਤੇ ਨਾਲ ਮੈਂ ਲੋਕਾਂ ਨੂੰ ਇਹ ਵੀ ਅਪੀਲ ਕਰੂੰਗਾ ਕਿ ਜਿਹੜੇ ਵੀ ਜਿਨ੍ਹਾਂ ਨੂੰ ਵੀ ਲੱਗਦਾ ਕਿ ਪੋਜ਼ਿਟਿਵ ਬੰਦਿਆਂ ਦੇ ਕੰਟੈਕਟ 'ਚ ਆਏ ਸੀ ਤਾਂ ਉਹਨਾਂ ਨੂੰ ਆਪ ਨੂੰ ਇਹ ਚਾਹੀਦਾ ਕਿ ਅਸੀਂ ਆ ਕੇ ਸੈਂਪਲਿੰਗ ਕਰਵਾਈਏ, ਆਪਾਂ ਨੂੰ ਪਤਾ ਲੱਗ ਜੇ ਵੀ ਆਪਣੇ ਅੰਦਰ ਵਾਇਰਸ ਹੈ ਜਾਂ ਨਹੀਂ ਹੈ, ਤਾਂ ਉਸ ਹਿਸਾਬ ਨਾਲ ਆਪਾਂ ਜਿਹੜੀਆਂ अपनी सेफ्टी के प्रबंध कर सकें। ब्यूरो रिपोर्ट D5 चैनल हिंदी। कैथल के गौरव आसरी द्वारा बनाई गई शॉर्ट फिल्म को न्यूयॉर्क इंडियन फिल्म फेस्टिवल के लिए चुना गया है। पंजाब की रहने वाली एक लड़की ने ऑनलाइन डांस कंपटीशन में पहला स्थान हासिल कर
राज्य का नाम रोशन किया है। जहां युवा पीढ़ी लॉकडाउन के दौरान इंटरनेट पर व्यस्त है, वहीं पंजाब की रहने वाली एक लड़की ने ऑनलाइन डांस कंपटीशन में पहला स्थान हासिल कर राज्य का नाम रोशन किया है। फ्यूजन कंपनी द्वारा करवाए गए ऑल इंडिया डांस एवं सिंगिंग मुकाबले में पंजाब के नाभा की रहने वाली जसप्रीत कौर ने पहला स्थान हासिल किया है। बता दें कि जसप्रीत कौर राष्ट्रीय स्तर की खिलाड़ी भी है। बड़ा खुशी हो रही है सर, मैंने बहुत खुशी हो रही है कि मैं फर्स्ट रैंक हासिल किया है पूरे इंडिया विच, ते बड़ा खुशी ਦਾ ਮਾਹੌਲ ਬਣਿਆ ਹੋਇਆ ਘਰ 'ਚ। ਜ਼ਿਆਦਾਤਰ ਜਿਹੜਾ ਹੈਗਾ ਜਿਵੇਂ ਲੋਕਡਾਊਨ ਲੱਗਿਆ ਦੀ ਕਰਕੇ ਦਰਮਿਆਨ ਨੌਜਵਾਨ ਪੀੜ੍ਹੀ ਪਬਜੀ ਜਾਂ ਹੋਰ ਗੇਮਾਂ ਵੱਲ ਧਿਆਨ ਦੇ ਰਹੀ ਸੀ। ਤੁਹਾਡੇ ਮਾਈਂਡ 'ਚ ਕਿਵੇਂ ਆਇਆ ਵੀ ਇਹ ਕੰਪੀਟੀਸ਼ਨ ਮੈਂ ਲੜਨਾ, ਕਿਸ ਦੀ ਪ੍ਰੇਰਨਾ ਸਦਕਾ ਤੁਸੀਂ ਮੁਕਾਮ 'ਤੇ ਪਹੁੰਚੇ? ਸਰ ਪਹਿਲੀ ਗੱਲ ਤਾਂ ਮੈਨੂੰ ਮਤਲਬ ਜਿਹੜੀ ਵੀ ਫੋਨਸ ਵਾਲੀਆਂ ਗੇਮਸ ਨੂੰ ਮੈਨੂੰ ਬਿਲਕੁਲ ਪਸੰਦ ਨਹੀਂ ਹੈ। ਮੈਂ ਵੈਸੇ ਵੀ ਵਾਲੀਬਾਲ ਪਲੇਅਰ ਹਾਂ ਅਤੇ ਮੇਰੀ ਰੁਚੀ ਵੀ ਹੈ ਕਿ ਮੈਂ ਡਾਂਸ 'ਚ ਜ਼ਿਆਦਾ ਆਪਣਾ ਐਫਰਟਸ ਮਾਰਦੀ ਹਾਂ ਕਿ ਮੇਰੀ ਫਿਟਨੈਸ ਮੇਨਟੇਨ ਰਹੇ। ਅਤੇ ਸ਼੍ਰੀਕਾਂਤ ਸਰ ਨੇ ਉਹਨਾਂ ਨੇ ਔਰਗਨਾਈਜ਼ ਕੀਤਾ ਸੀਗਾ ਇਹ ਕੰਪੀਟੀਸ਼ਨ, ਅਤੇ ਮੇਰੇ ਫਾਦਰ ਨੇ ਮੈਨੂੰ ਸੁਜੈਸਟ ਕੀਤਾ ਸੀਗਾ ਕਿ ਮੈਂ ਇਹ ਕੰਪੀਟੀਸ਼ਨ ਲੜਾਂ, ਅਤੇ ਉਸੇ ਦੌਰਾਨ ਮੈंने ਆਪਣੇ ਭੰਗੜੇ ਦੀ ਪ੍ਰੈਕਟਿਸ ਕੀਤੀ। ਕਿੰਨੀ ਕੁ ਮਿਹਨਤ ਕਰਨੀ ਪਈ, ਕਿਸ ਤਰ੍ਹਾਂ ਅਚੀਵ ਕੀਤਾ ਸਾਰਾ? ਸਰ ਮੈਂ ਪਹਿਲਾਂ ਤੋਂ ਹੀ ਡਾਂਸ ਕਰਦੀ ਆ ਰਹੀ ਹਾਂ, ਮਤਲਬ ਮੈਂ ਦੱਸਿਆ ਨਾ ਵੀ ਮੇਰੀ ਰੁਚੀ ਹੈ, ਅਤੇ ਉਹਦੇ ਅਕੋਰਡਿੰਗ ਮੈਂ ਪਹਿਲਾਂ ਤੋਂ ਹੀ ਇੱਕ ਦੋ ਥਾਂ 'ਤੇ ਹੋਰ ਵੀ ਪਰਫੋਰਮੈਂਸ ਕੀਤੀਆਂ ਨੇ। ਈਵਨ ਕਿ ਮੈਂ ਆਪਣੇ ਯੂਥ ਫੈਸਟੀਵਲ 'ਚ ਵੀ ਪਾਰਟੀਸਪੇਟ ਕੀਤਾ, ਅਤੇ ਉੱਥੇ ਵੀ ਮੈਂ ਫਸਟ ਰੈਂਕ ਹਾਸਿਲ ਕੀਤਾ। ਅਤੇ ਇਸੇ ਦੌਰਾਨ ਹੀ ਜਦੋਂ ਪਾਪਾ ਨੇ ਸੁਜੈਸਟ ਕੀਤਾ ਕਿ ਤੁਹਾਨੂੰ ਕਰਨਾ ਚਾਹੀਦਾ, ਤਾਂ ਹੀ ਮੈंने ਕਰ ਲਿਆ। ਕਿੰਨੀ ਕੁ ਕੜੀ ਮਿਹਨਤ ਕਰਨੀ ਪਈ, ਕਿੰਨਾ ਕੁ ਟਾਈਮ ਦਿੰਦੇ ਸੀਗੇ, ਕਿਸ ਤਰ੍ਹਾਂ? ਮਤਲਬ ਦਿਨ 'ਚ ਮੈਂ ਘੱਟ ਤੋਂ ਘੱਟ 2 ਘੰਟੇ ਕਰ ਲੈਂਦੀ ਸੀਗੀ, ਇੰਨੇ ਤਾਂ ਐਫਰਟਸ ਮਾਰ ਲੈਂਦੀ ਸੀਗੀ, ਟਾਈਮ ਕਰ ਲੈਂਦੀ। ਅਤੇ ਗੇਮ 'ਚ ਤੁਹਾਡੀ ਕੀ ਅਚੀਵਮੈਂਟ ਹੈ? ਸਰ ਮੈਂ ਨੈਸ਼ਨਲ ਲੈਵਲ ਪਲੇਅਰ ਹਾਂ, ਮੇਰੇ ਮੈਡਲ ਨੇ 7-8 ਨੈਸ਼ਨਲ ਵਿੱਚੋਂ, ਜਿਹਦੇ ਵਿੱਚ ਮੈਂ ਰੌਕਬਾਲ 'ਚ ਵੀ ਨੈਸ਼ਨਲ ਖੇਡ ਚੁੱਕੀ ਹਾਂ, ਅਤੇ ਉੱਥੇ ਵੀ ਮੇਰੇ ਮੈਡਲ ਨੇ, ਅਤੇ ਵਾਲੀਬਾਲ 'ਚ ਵੀ ਮੈंने ਮੈਡਲਸ ਜਿੱਤੇ ਆ ਨੈਸ਼ਨਲ ਲੈਵਲ 'ਤੇ। ਤੁਹਾਡਾ ਅਗਲਾ ਸੁਪਨਾ ਕੀ ਹੈ ਵੀ ਕੀ ਬਣਨਾ ਤੁਸੀਂ, ਜਾਂ ਡਾਂਸਿੰਗ 'ਚ ਜਾਣਾ ਜਾਂ ਸਪੋਰਟਸ 'ਚ ਜਾਣਾ? ਮੈਂ ਤਾਂ ਆਲਰਾਊਂਡਰ ਬਣਨਾ ਸਰ। ਹਾਂਜੀ, ਮਤਲਬ ਜਿੱਥੇ ਵੀ ਮੈਨੂੰ ਪਰਮਾਤਮਾ ਨੇ ਜਿੱਥੇ ਵੀ ਸੈੱਟ ਕੀਤਾ ਮੈਂ ਉੱਥੇ ਸੈੱਟ ਹੋ ਜਾਣਾ। ਜ਼ਿਆਦਾ ਟਫ ਕੰਪੀਟੀਸ਼ਨ ਕਿਹੜਾ ਸੀਗਾ, ਡਾਂਸਿੰਗ ਦਾ ਜਾਂ ਇੱਕ ਬੈਸਟ ਐਥਲੀਟ ਦਾ, ਜਾਂ ਕਿਸ ਤਰ੍ਹਾਂ? ਸਰ ਕੰਪੀਟੀਸ਼ਨ ਤਾਂ ਹਰ ਇੱਕ ਥਾਂ 'ਤੇ ਹੈ, ਜਿੱਥੇ ਮਰਜ਼ੀ ਲਾ ਲਓ, ਭਾਵੇਂ ਹੈਂਡ ਰਾਈਟਿੰਗ ਹੋ ਜਾਵੇ, ਭਾਵੇਂ ਡਾਂਸ ਹੋ ਜਾਵੇ, ਭਾਵੇਂ ਗੇਮ ਹੋ ਜਾਵੇ, ਉੱਥੇ ਕੰਪੀਟੀਸ਼ਨ ਦੇ ਤਾਂ ਤੁਹਾਨੂੰ ਪਤਾ ਹੀ ਹੈ ਵੱਟ ਕੱਢੇ ਹੁੰਦੇ ਨੇ ਸਾਰੇ ਨੇ। ਤੁਸੀਂ ਫੋਰਨ 'ਚ ਵੀ ਜਾਣਾ ਸੀ, ਕਿੱਥੇ ਜਾਣਾ ਸੀ, ਕਿਹੜੀ ਗੇਮ ਮੁਤਾਬਕ ਜਾਣਾ ਸੀ, ਕਿੱਥੇ ਜਾਣਾ ਸੀ? ਸਰ ਮੈਂ ਫੈਡਰੇਸ਼ਨ ਕੱਪ ਹੋਇਆ ਸੀਗਾ ਸਾਡਾ ਹਾਲ ਹੀ 'ਚ ਹੀ ਰੌਕਬਾਲ 'ਤੇ, ਅਤੇ ਉੱਥੇ ਮੇਰੀ ਸਿਲੈਕਸ਼ਨ ਹੋਈ ਸੀਗੀ, ਅਤੇ ਮੇਰੀ ਛੋਟੀ ਭੈਣ ਦੀ ਵੀ ਸਿਲੈਕਸ਼ਨ ਹੋਈ ਆ। ਅਸੀਂ ਜਾਪਾਨ ਜਾਣਾ ਸੀ ਦੋਨਾਂ ਜਣਿਆਂ ਨੇ, ਅਤੇ ਲੋਕਡਾਊਨ ਦੇ ਚੱਲਦੇ ਹੀ ਸਾਡੇ ਇਹ पोस्टपोन हो गए ने, देखते हैं आफ्टर लॉकडाउन की बनता है। वहीं जसप्रीत के पिता ने उसकी इस कामयाबी पर खुशी का इजहार किया है। बहुत ਵਧੀਆ ਲੱਗ ਰਿਹਾ ਸਰ, ਪ੍ਰਾਊਡ ਫੀਲ ਹੋ ਰਿਹਾ ਹੈ। ਸੋ ਬੱਚੀ ਸ਼ੁਰੂ ਤੋਂ ਹੀ ਕਰ ਰਹੀ ਹੈ, 8-10 ਸਾਲ ਤੋਂ ਇਹ ਸਪੋਰਟਸ ਨਾਲ ਜੁੜੀ ਹੋਈ ਹੈ, ਅਤੇ 4-5 ਸਾਲ ਤੋਂ ਇਹ ਡਾਂਸ ਵੀ ਕਰ ਰਹੀ ਹੈ ਬੜਾ ਅੱਛਾ, ਕਾਲਜਸ ਲੈਵਲ 'ਤੇ, ਯੂਥ ਫੈਸਟੀ ਲੈਵਲ 'ਤੇ, ਅਤੇ ਹੁਣ ਵੀ ਇਹਦੀ ਪਰਫੋਰਮੈਂਸ ਇੰਟਰਨੈਸ਼ਨਲ ਜਿਹੜਾ ਹੈ ਆਲ ਇੰਡੀਆ ਕੰਪੀਟੀਸ਼ਨ ਸੀਗਾ, ਫਸਟ ਪੋਜੀਸ਼ਨ ਵੀ ਆਈ ਹੈ, ਬਹੁਤ ਅੱਛਾ ਫੀਲ ਹੋ ਰਿਹਾ ਹੈ। ਤੁਸੀਂ ਜਿਹੜੇ ਸਰਕਾਰੀ ਟੀਚਰ ਵੀ ਜ਼ਿਆਦਾਤਰ ਹੁੰਦਾ ਗਾ ਵੀ ਪ੍ਰਾਈਵੇਟ ਵੀ ਬੜੇ ਵੀ ਜ਼ਿਆਦਾ ਕੁਛ ਕਰਨਗੇ, ਤੁਹਾਨੂੰ ਹੁਣ ਕਿਸ ਤਰ੍ਹਾਂ ਤੁਸੀਂ ਜਿਹੜਾ ਹੈਗਾ ਸਰਕਾਰੀ ਵਿੱਚ ਇਹਨਾਂ ਨੂੰ ਪੜ੍ਹਾਇਆ ਹੈਗਾ? ਹਾਂਜੀ, ਮੈਂ ਇੱਥੇ ਮੈਂਸ਼ਨ ਕਰ ਰਿਹਾ, ਮੇਰੇ 3 ਬੱਚੇ ਹੈ, ਤਿੰਨੋਂ ਹੀ ਮੈਂ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾ ਰਿਹਾ ਜੀ। ਸੋ ਕੋਈ ਇਹਨਾਂ ਨੂੰ ਪ੍ਰੋਬਲਮ ਨਹੀਂ ਜੀ, ਹਰ ਇੱਕ ਫੈਸਿਲਿਟੀ ਇਹਨਾਂ ਨੂੰ ਸਰਕਾਰੀ ਸਕੂਲਾਂ 'ਚ ਪੜ੍ਹਦੇ ਹੋਏ ਵੀ ਮਿਲ ਰਹੀ ਹੈ। ਸਟੱਡੀ ਵਾਈਜ਼ ਵੀ 80% ਤੋਂ 85% ਦੇ ਵਿੱਚ ਨੰਬਰ ਲੈ ਕੇ ਆ ਰਹੇ ਨੇ, ਔਰ ਨੈਸ਼ਨਲ ਲੈਵਲ 'ਤੇ ਗੇਮ ਖੇਡ ਰਹੇ ਨੇ, ਰੌਕਬਾਲ 'ਚ ਔਰ ਵਾਲੀਬਾਲ 'ਚ, ਔਰ ਡਰਾਇੰਗ ਕੰਪੀਟੀਸ਼ਨ ਔਰ ਜੋ ਇਹਨਾਂ ਦੇ ਡਾਂਸ ਕੰਪੀਟੀਸ਼ਨ ਨੇ ਉਹਨਾਂ ਵਿੱਚ ਵੀ ਇਹ ਵੱਧ ਚੜ੍ਹ ਕੇ ਵਧੀਆ ਮਤਲਬ ਪਰਫੋਰਮੈਂਸ ਦੇ ਰਹੇ ਨੇ। ਹਰ ਇੱਕ ਇਹਨਾਂ ਨੂੰ ਫੈਸਿਲਿਟੀ ਹੈ ਜਿਹੜੀ ਉਹ ਸਰਕਾਰੀ ਪਲੇਟਫਾਰਮ 'ਤੇ ਮਿਲ ਰਹੀ ਹੈ। ਤੁਹਾਡਾ ਕੀ ਸੁਪਨਾ, ਕਿਸ ਮੁਕਾਮ 'ਤੇ ਦੇਖਣਾ ਚਾਹੁੰਦੇ ਤੁਸੀਂ? ਸੋ ਮੇਰਾ ਸੁਪਨਾ ਇਹਦੇ ਨਾਲ ਹੀ ਹੈ ਜੀ, ਜਸਪ੍ਰੀਤ ਦੇ ਵੀ ਇੰਡੀਆ ਲੈਵਲ 'ਤੇ ਖੇਡਣ, ਔਰ ਆਪਣੇ ਸ਼ਹਿਰ ਨਾਭੇ ਦਾ ਰਿਆਸਤੀ ਸ਼ਹਿਰ ਹੈ ਨਾਭਾ, ਤਾਂ ਉਸਦਾ ਨਾਮ ਰੋਸ਼ਨ ਕਰਨ। ਫਰੈਂਡਸ ਰਿਲੇਟਿਵਸ 'ਚ ਖੁਸ਼ੀ ਹੋਊਗੀ, ਫੋਨ ਵਗੈਰਾ ਆਵੇ ਹੋਣਗੇ, ਕਿਸ ਤਰ੍ਹਾਂ? ਹਾਂਜੀ, ਬਹੁਤ ਜ਼ਿਆਦਾ ਖੁਸ਼ੀ ਹੈ। ਕੰਪੀਟੀਸ਼ਨ ਖਤਮ ਹੋਏ ਨੂੰ ਵੀ ਹਫ਼ਤਾ ਕਰੀਬ ਹੋ ਗਿਆ ਜੀ, ਅਤੇ ਰੋਜ਼ ਕੋਈ ਨਾ ਕੋਈ ਫੋਨ ਆ ਰਹੇ ਨੇ ਵਧਾਈਆਂ ਦੇ। ਸਤਿ ਸ਼੍ਰੀ ਅਕਾਲ ਸਰ। ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਕਿ ਫਿਊਜ਼ਨ ਡਾਂਸ ਅਤੇ ਮਿਊਜ਼ਿਕ ਅਕੈਡਮੀ ਨਾਭਾ ਕਾਫੀ ਤਰ੍ਹਾਂ ਦੇ ਕੰਪੀਟੀਸ਼ਨ ਕਰਾਉਂਦੀ ਹੈ, ਅਤੇ ਇਸ ਤੋਂ ਪਹਿਲਾਂ ਪ੍ਰੈਕਟੀਕਲ ਅਸੀਂ ਮਤਲਬ ਸਟੇਜ ਔਰਗਨਾਈਜ਼ ਕਰਕੇ ਫੰਕਸ਼ਨ ਕਰਾਉਂਦੇ ਸੀਗੇ, ਪਰ ਜਦੋਂ ਤੋਂ ਇਹ ਲੋਕਡਾਊਨ ਖੁੱਲ੍ਹਿਆ
ਲੱਗਿਆ ਅਸੀਂ ਨੋਟ ਕੀਤਾ ਕਿ ਬੱਚੇ ਜਿਹੜੇ ਘਰਾਂ ਦੇ ਵਿੱਚ ਨੇ, ਸਕੂਲ ਕਾਲਜ ਈਵਨ ਹਾਲੇ ਵੀ ਬੰਦ ਨੇ, ਤਾਂ ਸਾਡਾ ਇਹ ਵਿਚਾਰ ਆਇਆ ਕਿ ਘਰ ਬੈਠ ਕੇ ਹੀ ਬੱਚਿਆਂ ਨੂੰ ਇਸ ਤਰ੍ਹਾਂ ਪ੍ਰੇਰਿਤ ਕੀਤਾ ਜਾਵੇ ਜਿਹਦੇ ਨਾਲ ਬੱਚੇ ਡਾਂਸ ਤੇ ਸਿੰਗਿੰਗ ਦੇ ਮੁਕਾਬਲਿਆਂ ਦੇ ਵਿੱਚ ਜਿਹੜੀਆਂ ਇਹ ਆਰਟਸ ਨੇ ਬੱਚਿਆਂ ਵਿੱਚ ਹੋਰ ਡਿਵੈਲਪ ਹੋਣ ਤੇ ਇਹਨਾਂ ਬੱਚਿਆਂ ਦਾ ਵਿਕਾਸ ਹੋਵੇ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਆਨਲਾਈਨ ਸਿੰਗਿੰਗ ਤੇ ਡਾਂਸ ਕੰਪੀਟੀਸ਼ਨ ਆਰਗੇਨਾਈਜ਼ ਕੀਤਾ ਸੀ, ਜਿਹਦੇ ਵਿੱਚ ਤਕਰੀਬਨ 118 ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸੀਗਾ, ਜੋ ਕਿ ਪੂਰੇ ਇੰਡੀਆ ਦੇ ਤਕਰੀਬਨ 5-6 ਸਟੇਟਸ ਤੋਂ ਬੱਚੇ ਆਏ ਸੀਗੇ। ਪੰਜਾਬ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਟੇਟਸ ਜਿੱਦਾਂ ਗੁਜਰਾਤ ਹੋ ਗਿਆ, ਉੜੀਸਾ ਹੋ ਗਿਆ, ਆਪਣਾ ਬੰਬੇ ਤੋਂ ਵੀ 1-2 ਬੱਚੇ ਆਏ ਸੀ ਜਿਨ੍ਹਾਂ ਨੇ ਆਨਲਾਈਨ ਜੋ ਮਤਲਬ ਰੁਚੀ ਰੱਖਦੇ ਸੀਗੇ। ਇਹਦਾ ਬੈਨੀਫਿਟ ਇਹ ਸਾਨੂੰ ਇਹ ਹੋਇਆ ਕਿ ਬੱਚੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਗੇਮਸ ਵਗੈਰਾ ਦੇ ਵਿੱਚ PUBG ਆਨਲਾਈਨ ਗੇਮਾਂ, ਉਹਨਾਂ ਨੂੰ ਛੱਡ ਕੇ ਬੱਚੇ ਜੋ ਫਿਜ਼ੀਕਲ ਐਕਟੀਵਿਟੀ ਹੈ ਸਪੈਸ਼ਲੀ ਡਾਂਸ ਦੇ ਵਿੱਚ ਉਹ ਕਰਦੇ ਆ। ਤਾਂ ਸਾਡਾ ਮੇਨ ਮੁੱਦਾ ਇਹੀ ਸੀਗਾ ਕਿ ਬੱਚਿਆਂ ਨੂੰ ਮੋਬਾਈਲ 'ਚੋਂ ਕੱਢ ਕੇ ਇਹਨਾਂ ਪ੍ਰੈਕਟੀਕਲ ਚੀਜ਼ਾਂ ਦੇ ਵਿੱਚ ਅਸੀਂ ਲੈ ਕੇ ਆਈਏ। ਕਿੰਨਾ ਟਫ ਕੰਪੀਟੀਸ਼ਨ ਸੀਗਾ, ਕਿਸ ਤਰ੍ਹਾਂ ਇਹਨਾਂ ਦਾ ਰਿਜ਼ਲਟ ਡਿਕਲੇਅਰ ਹੋਇਆ? ਸਰ ਇਹਦੇ ਵਿੱਚ ਅਸੀਂ ਆਨਲਾਈਨ ਵੋਟਿੰਗ ਸਿਸਟਮ ਰੱਖਿਆ ਸੀਗਾ ਕਿ ਪਬਲਿਕ ਵੋਟਿੰਗ ਫੇਸਬੁੱਕ ਦੇ ਉੱਪਰ ਹੋਇਆ ਸੀ ਇਹ ਕੰਪੀਟੀਸ਼ਨ, ਲਾਈਕਸ ਤੇ ਕਮੈਂਟਸ ਦੇ ਰਾਹੀਂ ਜਿਹੜੇ ਬੱਚਿਆਂ ਨੂੰ ਵੱਧ ਵੋਟ ਮਿਲੇ ਸੀ ਉਹਨਾਂ ਨੂੰ ਅਸੀਂ ਵਿਜੇਤਾ ਕਰਾਰ ਦੇਣਾ ਸੀਗਾ। ਤਾਂ ਤਕਰੀਬਨ ਇਹਨੂੰ ਆਨਲਾਈਨ 30,000 ਤੋਂ ਉੱਪਰ ਲੋਕਾਂ ਨੇ ਦੇਖਿਆ ਤੇ ਤਕਰੀਬਨ 20,000 ਤੋਂ ਉੱਪਰ ਲੋਕਾਂ ਨੇ ਇਹਨਾਂ ਨੂੰ ਵੋਟਸ ਪਾਈਆਂ ਬੱਚਿਆਂ ਨੂੰ। ਤੇ ਸਭ ਤੋਂ ਵੱਧ ਵੋਟਾਂ ਸਾਡੇ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਸਾਡੇ ਨਾਭਾ ਸ਼ਹਿਰ ਦੀ ਲੜਕੀ ਹੈ ਜਸਪ੍ਰੀਤ, ਜਿਨ੍ਹਾਂ ਨੂੰ ਤੁਸੀਂ ਸਨਮਾਨ ਕੀਤਾ, ਉਹਨਾਂ ਨੂੰ ਸਭ ਤੋਂ ਵੱਧ ਵੋਟਸ ਮਿਲੀਆਂ ਨੇ। ਸਭ ਤੋਂ ਵੱਧ ਸ਼ੇਅਰਿੰਗ ਇਹਨਾਂ ਦੀ ਵੋਟਸ ਵੀਡੀਓ ਨੂੰ ਆਈਆਂ ਨੇ ਤੇ ਮੋਸਟ ਪਾਪੂਲਰ ਵੀਡੀਓ ਦਾ ਅਵਾਰਡ ਵੀ ਇਹਨਾਂ ਨੂੰ ਹੀ ਮਿਲਿਆ। ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਇੱਕ ਨੈਸ਼ਨਲ ਲੈਵਲ ਦੀ ਇਹ ਕੰਪੀਟੀਸ਼ਨ ਸੀ ਆਨਲਾਈਨ, ਜਿਹਦੇ ਵਿੱਚ ਸਾਡੇ ਨਾਭੇ ਸ਼ਹਿਰ ਦੀ ਕੁੜੀ ਹੈ ਸਾਡੀ ਜਸਪ੍ਰੀਤ, ਉਹਨਾਂ ਨੇ ਫਸਟ ਪ੍ਰਾਈਜ਼ ਪ੍ਰਾਪਤ ਕੀਤਾ। ਤੁਸੀਂ ਸਾਰਾ ਗਾਈਡ ਕਰਦੇ ਰਹੇ, ਤੁਹਾਨੂੰ ਵੀ ਠੀਕ ਪ੍ਰਾਊਡ ਫੀਲ ਹੁੰਦਾ ਹੋਣਾ ਕਿ ਮੇਰੇ ਬੱਚੇ ਕੁਛ ਸਿਖਾਇਆ ਹੋਇਆ? ਬਿਲਕੁਲ ਸਰ, ਦੇਖੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜੋ ਮੇਨ ਮੋਟਿਵ ਸੀ ਉਹ ਪੂਰਾ ਹੋਇਆ। ਇਹਦੇ ਨਾਲ ਬੱਚੇ ਥੋੜ੍ਹਾ ਬਿਜ਼ੀ ਰਹੇ ਹੈ, ਜਿੱਦਾਂ ਪੰਜਾਬ ਸਰਕਾਰ ਨੇ ਵੀ ਆਰਗੇਨਾਈਜ਼ ਕੀਤਾ ਸੀਗਾ ਆਨਲਾਈਨ ਕੰਪੀਟੀਸ਼ਨ, ਉਸ ਤੋਂ ਪ੍ਰੇਰਨਾ ਲੈਂਦੇ ਹੋਏ ਅਸੀਂ ਇਹ ਕੰਪੀਟੀਸ਼ਨ ਆਰਗੇਨਾਈਜ਼ ਕੀਤਾ। ਸਾਨੂੰ ਖੁਸ਼ੀ ਹੋਈ ਹੈ ਕਿ ਸਾਰੇ ਹੀ ਬੱਚਿਆਂ ਨੇ ਬਹੁਤ ਮਿਹਨਤ ਦੇ ਨਾਲ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਤੇ ਸਾਡੇ ਆਪਣੇ ਬੱਚੇ ਨੇ ਇਹਦੇ ਵਿੱਚ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕਰਕੇ ਇਹ ਕੰਪੀਟੀਸ਼ਨ ਜਿੱਤਿਆ। ਤੇ ਅਸੀਂ ਟੌਪ 5 ਜਿਹੜੇ ਵਿਨਰਸ ਨੇ ਇਹਦੇ ਵਿੱਚ 5 ਟੌਪ 5 ਆਪਣੇ ਡਾਂਸ ਦੇ ਵਿੱਚ ਤੇ 5 ਟੌਪ 5 ਸਿੰਗਿੰਗ ਦੇ ਵਿੱਚ ਉਹਨਾਂ ਨੂੰ ਅਸੀਂ ਸਨਮਾਨ ਕਰ ਰਹੇ ਹਾਂ। ਇਹਦੇ ਵਿੱਚੋਂ 10 ਜਿਹੜੇ ਟੌਪ 10 ਨੇ ਇਹਨਾਂ ਦੇ ਵਿੱਚੋਂ 2 ਬੱਚੇ ਸਾਡੇ ਨਾਭੇ ਦੇ ਆਏ ਨੇ। ਗੁੜੀਆ ਫਸਟ ਆਈ ਸੀਗੀ ਜਸਪ੍ਰੀਤ, ਤੇ ਇੱਕ 4th ਪੋਜੀਸ਼ਨ ਹੈ ਜਿਹੜੀ ਡਾਂਸ ਦੇ ਵਿੱਚ ਭਵਿੱਖ, ਉਹ ਵੀ ਸਾਡੇ ਨਾਭੇ ਦਾ ਬੱਚਾ ਹੈ, ਉਹਨਾਂ ਨੂੰ ਵੀ ਅਸੀਂ ਸਨਮਾਨ ਕੀਤਾ। ਇਸ ਤਰ੍ਹਾਂ ਬਾਕੀ ਬੱਚਿਆਂ ਨੂੰ ਵੀ ਅਸੀਂ ਸਾਰਿਆਂ ਨੂੰ ਜਦੋਂ ਵੀ ਲਾਕਡਾਊਨ ਖੁੱਲ੍ਹਦਾ ਉਹਨਾਂ ਦੇ ਸ਼ਹਿਰ ਦੇ ਵਿੱਚ ਮਿਲਣ ਦੀ ਕੋਸ਼ਿਸ਼ ਕਰਾਂਗੇ, ਜਲਦੀ ਤੋਂ ਜਲਦੀ ਉਹਨਾਂ ਸਾਰਿਆਂ ਦਾ ਜਿਹੜਾ ਸਨਮਾਨ है ਉਹਨਾਂ ਨੂੰ देवांगे ਅਸੀਂ। ब्यूरो रिपोर्ट D5 चैनल हिंदी। लुधियाना में एक व्यक्ति ने पेट्रोल व डीजल की कीमतों को लेकर अनूठा प्रदर्शन किया और अपनी कार बेचने के लिए निकल पड़ा। एक और तो कोरोना का संकट है, दूसरी ओर लॉकडाउन ने लोगों के काम धंधे चौपट कर दिए हैं और अब दिन प्रतिदिन पेट्रोल व डीजल की कीमतों में बढ़ोतरी हो रही है। इससे लोग काफ़ी परेशान हैं। इसी के चलते लुधियाना में टीटू बनिया नामक व्यक्ति डिप्टी कमिश्नर कार्यालय में अपनी कार बेचने के लिए पहुंचा। बता दें कि टीटू बनिया लुधियाना लोकसभा सीट और विधानसभा दाखा से चुनाव लड़ चुका है। खालसा वाहिगुरू जी की फतेह। DC साहब टीटू बानिया की कार ले लो, क्योंकि टीटू बानिया दुखी आ। पेट्रोल के रेट बढ़ गए, डीजल के रेट बढ़ गए, सरकारां सानू मारना चाहदियां ने। मैं DC साहब ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਮੈਂ ਸਰਕਾਰਾਂ ਵਾਂਗੂ ਅਤਿਆਚਾਰੀ ਨਹੀਂ ਆ। ਜੇ ਤੁਸੀਂ ਮੇਰੀ ਕਾਰ ਖਰੀਦੋਗੇ ਤਾਂ ਟੀਟੂ ਬਾਣੀਆ ਤੁਹਾਨੂੰ 5% ਡਿਸਕਾਊਂਟ ਵੀ ਦਊਗਾ, ਜਦੋਂ ਕਿ ਸਰਕਾਰਾਂ ਨਹੀਂ ਦਿੰਦੀਆਂ। ਸਰਕਾਰਾਂ ਸਾਨੂੰ ਟੈਕਸ ਲਾ ਕੇ ਯਾਨੀ ਮਜਬੂਰ ਕਰੀ ਜਾਂਦੀਆਂ ਨੇ ਵੀ ਲੋਕੀ ਜਿਹੜੇ ਕਰੋਨਾ ਤੋਂ ਬਚੇ ਆ ਉਹ ਫਾਹਾ ਲੈ ਲੈਣ ਕਰਾ। ਮੈਂ ਇਹਨੂੰ ਕਾਰ ਨਹੀਂ ਕਹਿੰਦਾ, ਆ ਤਾਂ ਹੁਣ ਡੱਬਾ ਹੀ ਆ, ਕਿਉਂਕਿ ਇਹਦੇ ਵਿੱਚ ਜੇ 4 ਬੰਦੇ ਬਹਿ ਜਾਂਦੇ ਨੇ ਕਹਿ ਦਿੰਦੇ ਨੇ ਕਰੋਨਾ ਹੋ ਜਾਂਦਾ ਵਾ, ਯਾਨੀ ਪੁਲਿਸ ਮੁਲਾਜ਼ਮ ਚਲਾਨ ਕੱਟਣ ਲੱਗ ਜਾਂਦੇ ਨੇ। ਅਸੀਂ ਹਰ ਪਾਸੇ ਦੁਖੀ ਆ। ਜਦੋਂ ਵੱਡੇ ਲੀਡਰ ਧਰਨੇ ਲਾਉਂਦੇ ਨੇ ਉਦੋਂ ਕਰੋਨਾ ਨਹੀਂ ਹੁੰਦਾ, ਕਈ ਵਾਰ ਮਜਬੂਰੀ ਬਸ ਇਹ 'ਚ ਅਸੀਂ 4 ਬੰਦੇ ਬਹਿ ਜਾਂਦੇ ਆ ਤੇ ਕਹਿ ਦਿੰਦੇ ਕਰੋਨਾ ਹੋ ਜਾਂਦਾ ਵਾ। ਇਸ ਕਰਕੇ ਮੈਂ ਸਰਕਾਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਮੇਰੀ ਕਾਰ ਜਿਹਨੇ ਲੈਣੀ ਹੋਵੇ, ਰਵਨੀਤ ਬਿੱਟੂ ਨੂੰ ਵੀ ਬੇਨਤੀ ਆ, ਬੈਂਸ ਸਾਹਿਬ ਨੂੰ ਵੀ ਬੇਨਤੀ ਆ ਵੀ ਮੇਰੇ ਨਾਲ ਸੰਪਰਕ ਕੀਤਾ ਜਾਵੇ ਤੇ ਮੇਰੀ ਕਾਰ ਖਰੀਦ ਕੇ ਮੇਰੇ ਤੇ ਆਸਾਨ ਕੀਤਾ ਜਾਵੇ। ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਵਾਂ ਟੀਟੂ ਬਾਣੀਆ ਕਰੋਨਾ ਮਹਾਮਾਰੀ ਚੱਲਦੀ ਆ, ਤੁਹਾਨੂੰ ਡਿਸਕਾਊਂਟ ਦਊਂਗਾ ਜੀ ਕਿਰਾ 5% ਕਿਰਾ। ਤੁਸੀਂ ਸਾਨੂੰ ਲੋਕਾਂ ਨੂੰ ਕੋਈ ਡਿਸਕਾਊਂਟ ਨਹੀਂ ਦਿੱਤਾ, ਤੁਸੀਂ ਲੋਕਾਂ ਨੂੰ ਮਾਰ ਰਹੇ ਹੋ। ਟੀਟੂ ਬਾਣੀਆ ਤੁਹਾਨੂੰ ਡਿਸਕਾਊਂਟ ਦਊਗਾ। ਬਾਕੀ ਮੈਂ ਇਹਨੂੰ ਵੇਚਣ ਗਿਆ ਸੀਗਾ
ਯਾਨੀ ਕਾਰ ਬਾਜ਼ਾਰ 'ਚ। ਉਹ ਕਹਿੰਦੇ ਭਾਈ ਇਹ 'ਚ ਮਹਿੰਗੀ ਚੀਜ਼ ਪੈਂਦੀ ਆ ਵਿਕਣੀ ਨਹੀਂ, 2-4 ਦਿਨ ਇੱਥੇ ਖੜੀ ਕਰ ਜੋ, ਜੇ ਬੈਗੀ ਤਾਂ ਠੀਕ ਆ, ਨਹੀਂ ਕਹਿੰਦੇ ਕਬਾੜੀਏ ਨੂੰ ਵੇਚ ਦਿਓ। ਅੱਜ ਕਰੋਨਾ ਮਹਾਮਾਰੀ ਕਰਕੇ ਸਾਡਾ ਕਿਸਾਨ ਅੰਨਦਾਤਾ ਉਹ ਵੀ ਮਜਬੂਰ ਆ, ਉਹਨੇ ਫਸਲ ਬੀਜਣੀ ਆ, ਡੀਜ਼ਲ ਦੀ ਲੋੜ ਹੁੰਦੀ ਆ, ਟਰੈਕਟਰ 'ਚ ਡੀਜ਼ਲ ਦੀ ਲੋੜ ਹੁੰਦੀ ਆ, ਫੈਕਟਰੀਆਂ ਦੇ ਵਿੱਚ ਡੀਜ਼ਲ ਦੀ ਲੋੜ ਹੁੰਦੀ ਆ। ਅੱਜ ਕਾਰ ਛੱਡੋ, ਸਾਡਾ ਨੌਜਵਾਨ ਮੋਟਰਸਾਈਕਲ ਦੇ ਵਿੱਚ ਵੀ ਤੇਲ ਪਵਾਉਣ ਤੋਂ ਯਾਨੀ ਵਾਂਝਾ ਰਹਿ ਗਿਆ ਕਰ। ਪਰ ਗੱਡੀ ਵੇਚਣ ਦੀ ਨੌਬਤ ਕੀ ਪੈ ਗਈ? ਗੱਡੀ ਵੇਚਾਂਗੇ ਜੀ, ਹੁਣ ਤੇਲ ਪਵਾਉਣ ਨੂੰ ਪੈਸੇ ਹੈ ਨਹੀਂ, ਹੁਣ ਇਹਦਾ ਕਰਨਾ ਵੀ ਕੀ ਆ? ਇਹਦਾ ਗੱਡੀ ਵੇਚਾਂਗੇ, ਸਾਈਕਲ ਲੈ ਲਾਂਗੇ ਤੇ ਥੋੜਾ ਮੋਟਾ ਸਮਾਨ ਪਾ ਲਾਂਗੇ। ਕੋਈ ਇਹਨਾਂ ਸਰਕਾਰਾਂ ਦਾ ਕੀ ਪਤਾ ਵਾ ਲੋਕਡਾਊਨ ਫੇਰ ਲਾ ਦੇਣ ਕਰਾਂ, ਲੋਕਾਂ ਨੂੰ ਫੇਰ ਬੰਦ ਕਰ ਦੇਣ ਕਮਰਿਆਂ 'ਚ, ਆ ਕੁਛ ਕਰਦੇ ਤਾਂ ਹੈ ਨਹੀਂ ਕਰਾਂ। ਇੱਥੇ ਵੱਡੇ ਨੇਤਾ ਨੇ, ਉਹਨਾਂ ਨੂੰ ਕਿਉਂ ਨਹੀਂ ਆਫਰ ਕੀਤਾ ਤੁਸੀਂ? ਵੱਡੇ ਲੀਡਰ ਤਾਂ ਘਾਟੇ 'ਚ ਹੀ ਦੇਣਗੇ ਜੀ, ਉਹ ਤਾਂ ਲੋਕਾਂ ਨੂੰ ਅੱਗੇ ਲੁੱਟੀ ਜਾਂਦੇ ਆ। ਉਹਨਾਂ ਦਾ ਮੈਨੂੰ ਯਾਨੀ ਲੁੱਟ ਲੈਣਾ ਵਾ, ਉਹਨਾਂ ਨੂੰ ਪਤਾ ਲੱਗ ਗਿਆ ਮਜਬੂਰੀ ਆ। ਬਾਕੀ ਮੈਂ ਲੀਡਰਾਂ ਨੂੰ ਵੀ ਬੇਨਤੀ ਕਰਦਾ ਵਾਂ, ਤੁਸੀਂ ਚਾਰਜ ਰਿਹਾ ਕਰੋ, ਤੁਹਾਡੀਆਂ ਬੈਟਰੀਆਂ ਲੋ ਨੇ ਕਰਾਂ। ਕਿਹੜੇ ਲੀਡਰਾਂ ਨੂੰ ਕਹਿ ਰਹੇ ਹੋ? ਬੈਸ ਸਾਹਿਬ ਨੂੰ ਵੀ ਚਾਰਜ ਮੈਂ ਕਰਦਾ ਹੁੰਦਾ, ਫੇਰ ਹੀ ਕੰਮ ਕਰਦੇ ਨੇ। ਮੈਂ ਬੈਸ ਸਾਹਿਬ ਦਾ ਫੈਨ ਵੀ ਹੈਗਾ ਵਾ। ਰਵਨੀਤ ਬਿੱਟੂ ਨੂੰ ਮੈਂ ਕਈ ਵਾਰੀ ਚਾਰਜ ਕਰਦਾ ਵਾਂ, ਮੈਂ ਬੋਲਦਾ ਵਾਂ, ਮੈਂ ਤਵਾ ਲਾਉਣਾ ਵਾ, ਉਹ ਜਵਾਬ ਹੀ ਨਹੀਂ ਦਿੰਦੇ। ਉਹਨਾਂ ਦੀ ਬੈਟਰੀ ਲੋ ਹੁੰਦੀ ਹੈ, ਯਾਨੀ ਕਹਿੰਦਾ ਬਾਬ ਵੋਟਾਂ 'ਚ ਤਾਂ ਕਹਿ ਦਿੰਦੇ ਆ ਅਸੀਂ ਆਹ ਕਰਾਂਗੇ, ਅਸੀਂ ਆਹ ਕਰਾਂਗੇ, ਵੱਡੇ ਬੋਰਡ ਲਾ ਦਿੰਦੇ ਨੇ, ਵੱਡੇ ਗੱਪ ਲਿਖ ਦਿੰਦੇ ਨੇ ਉੱਥੇ। ਚਾਰਜ ਕਿਵੇਂ ਕਰਦੇ ਹੋ? ਚਾਰਜ ਆਹੀ ਜੀ, ਜਦੋਂ ਧਰਨੇ ਲਾਵਾਂਗੇ, ਉਹਨਾਂ ਦੇ ਉੱਤੇ ਪ੍ਰੋਟੈਸਟ ਕਰਾਂਗੇ ਤਾਂ ਚਾਰਜ ਹੋ ਜਾਂਦਾ। ਬੈਂਸ ਸਾਹਿਬ ਤਾਂ ਹੋ ਜਾਂਦੇ ਛੇਤੀ। ਉਹ ਕਹਿੰਦੇ ਟੀਟੂ ਬਾਣੀ ਨੇ ਆਹ ਗੱਲ ਕੀਤੀ ਆ, ਉਹ ਅੰਦਰ ਹੀ ਅੰਦਰ ਉਹ ਕੰਮ ਕਰ ਦਿੰਦੇ ਨੇ। ਮੈਨੂੰ ਪੱਕਾ ਪਤਾ ਵਾ ਵੀ ਬੈਂਸ ਸਾਹਿਬ ਆਪਣੇ ਹਲਕੇ ਦੀ ਵੀ ਸਾਰ ਲੈਣਗੇ। ਮੈਨੂੰ ਫੋਨ ਤੇ ਫੋਨ ਵੱਜੀ ਜਾਂਦੇ ਆ, ਤੇ ਡੀਜ਼ਲਾਂ ਵਾਸਤੇ, ਪੈਟਰੋਲ ਵਾਸਤੇ ਵੀ ਕੈਪਟਨ ਦੀ ਕੋਠੀ ਦਾ ਘਿਰਾਓ ਕਰਨਗੇ। ਯਾਨੀ ਹੁਣ ਚੁੱਪ ਨਾ ਬੈਠਣ ਕਰਾਂ। ਤੇ ਮੈਂ ਤਾਂ ਕਹਿੰਦਾ ਵਾਂ ਬੈਂਸ ਸਾਹਿਬ ਆਸੂ ਮੰਤਰੀ ਨਾਲ ਦੋਸਤੀ ਛੱਡੋ, ਉਹਨਾਂ ਦੀ ਕੋਠੀ ਦਾ ਵੀ ਘਿਰਾਓ ਕਰ ਹੀ ਦਿਓ ਜੇ ਸੀਐਮ ਬਣਨਾ ਤਾਂ, ਕਿਉਂਕਿ ਲੋਕੀ ਸਵਾਲ ਪੈਦਾ ਕਰਦੇ ਆ। ਤੇ ਮੈਂ ਵੀ ਕਹਿੰਦਾ ਵਾਂ ਤੇ ਆਸੂ ਦੀ ਤੇ ਬੈਂਸ ਸਾਹਿਬ ਦੀ ਤਾਂ ਜੋੜੀ ਪੱਕੀ ਆ ਕਰ। ਯਾਨੀ ਜੇ ਹੁਣ ਗੱਡੀ ਨਹੀਂ ਵਿਕਦੀ, ਹੁਣ ਤੁਹਾਡਾ ਅਗਲਾ ਫਿਰ ਕੀ ਕਰੋਗੇ? ਇਸ ਤੋਂ ਬਾਅਦ ਗੱਡੀ ਨਹੀਂ ਲੈਂਦੇ ਫਿਰ ਜੀ ਮੈਂ ਐਸਐਸਪੀ ਜਗਰਾਉਂ ਕੋਲ ਲੈ ਕੇ ਜਾਊਂਗਾ, ਮੈਂ ਜਲੰਧਰ ਡੀਸੀ ਦਫ਼ਤਰ ਵੀ ਲੈ ਜਾ ਸਕਦਾ। ਡੀਸੀ ਸਾਹਿਬ ਜੇ ਇਹਨਾਂ ਨੇ ਨਾ ਖਰੀਦੀ ਤਾਂ ਮੈਨੂੰ ਲੱਗੂਗਾ ਵੀ ਇਹਨਾਂ ਦੀ ਮਜਬੂਰੀ ਆ, ਵੀ ਸ਼ਾਇਦ ਇਹਨਾਂ ਕੋਲ ਮਜਬੂਰੀ ਕੀ ਹੈ, ਵੀ ਸ਼ਾਇਦ ਡੀਸੀ ਸਾਹਿਬ ਦੀ ਵੀ ਮਜਬੂਰੀ ਹੋਵੇ, ਇਹਨਾਂ ਕੋਲ ਗੱਡੀ ਖੜੀ ਹੋਵੇ, ਵੀ ਆ ਵੀ ਸੋਚਦੇ ਹੁਣ ਵੀ ਪੈਟਰੋਲ ਡੀਜ਼ਲ ਮਹਿੰਗਾ ਹੋ ਗਿਆ, ਪਾਪਾ ਵੇਚ ਦਈਏ, ਕੀ ਤਾਂ ਇਹਨਾਂ ਨੇ ਵੀ ਵੇਚਣ ਤੇ ਲਾਈ ਹੋਵੇ। ਯਾਨੀ ਜੇ ਨਾ ਵਿਕੀ ਫਿਰ ਮੈਂ ਕੋਈ ਹੋਰ ਹੱਲ ਲੱਭੂਗਾ ਜੀ। ਠੀਕ। ਪਰ ਤੁਸੀਂ ਸਕੂਲਾਂ ਦੇ ਖਿਲਾਫ ਵੀ ਪ੍ਰੋਟੈਸਟ ਕੀਤਾ, ਉਹਦਾ ਕੀ ਬਣਿਆ ਹਜੇ ਤੱਕ? ਸਕੂਲਾਂ ਦਾ ਜੀ ਸੌਂ ਗਏ ਸਾਰੇ ਕਿਰਾ। ਉਹ ਮੰਤਰੀ ਸਾਹਿਬ ਸਾਡੇ ਸੀਗੇ, ਸਿੱਖਿਆ ਮੰਤਰੀ, ਉਹ ਸਮਝੌਤਾ ਕਰਾਉਣ ਲੱਗੇ ਸੀਗੇ, ਕਿਉਂਕਿ ਸਕੂਲਾਂ ਤੇ ਸਰਕਾਰਾਂ ਦਾ ਸਮਝੌਤਾ ਤਾਂ ਹੋ ਗਿਆ ਸੀਗਾ, ਲੋਕਾਂ ਨਾਲ ਕਰਾਉਣ ਲੱਗੇ ਸੀਗੇ। ਅੱਜ ਵੀ ਮਾਪੇ ਪਰੇਸ਼ਾਨ ਨੇ, ਪਰ ਇਹਨਾਂ ਨੇ ਤਾਂ ਅੱਖਾਂ ਦੇ ਪੱਟੀ ਬੰਨ੍ਹ ਲਈ ਆ। ਜੇ ਸਕੂਲ ਵਾਲਿਆਂ ਨੇ, ਪ੍ਰਾਈਵੇਟ ਸਕੂਲ ਵਾਲਿਆਂ ਨੇ ਫੀਸਾਂ ਨਾ ਮਾਫ ਕੀਤੀਆਂ, ਇਹਨਾਂ ਦਾ ਟੀਟੂ ਬਾਣੀ ਫਿਰ ਰੱਜ ਕੇ ਜਲੂਸ ਕੱਢੂ ਇੱਥੇ ਹੀ ਡੀਸੀ ਦਾ। ਤੇ ਜੇ ਉਹ ਨਹੀਂ ਤੁਹਾਡੀ ਸੁਣਾਈ ਹੋਈ ਤੇ ਆਹ ਕਿੱਥੇ ਹੋ ਜੂਗੀ ਗੱਡੀ ਦੀ? ਹੋਊਗੀ ਜੀ, ਹੋਊਗੀ ਸੁਣਾਈ ਜੀ। ਹਮੇਸ਼ਾ ਉਮੀਦ ਤੇ ਦੁਨੀਆ ਕਾਇਮ ਹੁੰਦੀ ਆ ਕਰ। ਪਰ ਅੱਜ ਅਸੀਂ ਫੀਸਾਂ ਰੋਕਦਾ, ਅੱਜ ਸਾਰੇ ਰੁਕੇ ਹੋਏ ਆ। ਟੀਟੂ ਬਾਣੀਆਂ ਨੇ ਐਵੇਂ ਨਹੀਂ ਮੁੰਡਨ ਕਰਵਾਇਆ ਕਰ। ਪਰ ਗੱਡੀ ਦਾ ਕਾਰ ਬਾਜ਼ਾਰ ਵੀ ਵੇਚ ਸਕਦੇ ਹੋ, ਡੀਸੀ ਸਾਹਿਬ ਕੋ ਆਏ ਹੋ ਤੁਸੀਂ ਅੱਜ? ਉਹਨੇ ਲਈ ਨਹੀਂ ਕਰਾ, ਉਹ ਕਹਿੰਦੇ ਇਹ 'ਚ ਮਹਿੰਗੀ ਚੀਜ਼ ਪੈਂਦੀ ਆ। ਕੀ ਮਹਿੰਗਾ? ਕੀ ਕਰਾਂਗੇ ਕਰਾ? ਪੈਟਰੋਲ ਮਹਿੰਗਾ ਹੋ ਗਿਆ, ਕਹਿੰਦੇ 2-3 ਦਿਨ ਇੱਥੇ ਖੜੀ ਕਰ ਦਿਓ, ਜੇ ਬੈਗੀ ਤਾਂ ਠੀਕ ਆ, ਕਹਿੰਦੇ ਨਹੀਂ ਕਬਾੜੀ ਨੂੰ ਵੇਚ ਦਿਓ। ਤੇ ਫਿਰ ਹੁਣ ਜੇ ਇੱਥੇ ਵੀ ਹੁਣ ਇੱਥੇ ਖੜੀ ਰਹੂਗੀ? ਨਹੀਂ ਖੜੀ ਰਹੂਗੀ, ਮੈਂ ਘਰੇ ਲੈ ਕੇ ਜਾਊਂਗਾ ਜੀ ਕਰਾ। ਡੀਸੀ ਸਾਹਿਬ ਕੱਲ੍ਹ ਨੂੰ ਮੈਂ ਐਸਐਸਪੀ ਤੇ ਜਾਊਂਗਾ, ਉਹਨਾਂ ਨੂੰ ਪੁੱਛਾਂਗੇ ਫੋਨ ਤੇ भी तुझी गड्डी लैनी है ਤੁਹਾਨੂੰ ਲੋੜ ਆ। ब्यूरो रिपोर्ट D5 चैनल हिंदी। हरियाणा के बवानीखेड़ा पहुंचे हिसार लोकसभा के सांसद चौधरी बरजेंद्र सिंह ने कोरोना की जागरूकता को लेकर जन संदेश यात्रा को हरी झंडी दिखाकर रवाना किया। मीताथल तो मैं एक सामाजिक कार्यक्रम के लिए आया हूँ। हमारे साथी हैं, उनके घर में खुशी का उत्सव है, उस उपलक्ष्य में आया हूँ यहाँ पे आज रवाना किया। हाँ जी, बहुत बढ़िया प्रयास है और ख़ास तौर पे क्योंकि सिर्फ कोरोना नहीं, हम जो एक घटता जल स्तर जो है वो भी एक बहुत बड़ी समस्या है और वो एक ऐसी समस्या है जो हमें जिसका दुष्परिणाम दिखना भी शुरू हो चुका है और सरकार ने उसमें कुछ प्रयास शुरू किए हैं ताकि जिससे लोगों को ख़ास तौर पे जैसे जो जीरी की फसल है उससे प्रेरित करके उससे हटाया जा सके, उससे दूर ले जाया जा सके ताकि जल संरक्षण हो सके। क्योंकि 70% से ज़्यादा जो पानी की खपत है
वो कृषि के क्षेत्र में ही है। सो अगर जल संरक्षण करना है तो सबसे बड़ी जो चुनौती है वो भी इसी क्षेत्र में होगी। उसके साथ साथ कोरोना का तो आज सबको पता ही है कि किस प्रकार से ना सिर्फ हमारा देश बल्कि पूरी दुनिया इससे जूझ रही है, और कोई वैक्सीन नहीं है, कोई इलाज नहीं है। सिर्फ जो फिज़िकल डिस्टेंसिंग है, शारीरिक दूरी बनाकर जो रखने वाली बात है, वो मास्क का इस्तेमाल करना और निरंतर हाथ धोना, ये चीज़ें हैं जो हमारे बस में हैं और जो हम सबको इसको अपने जीवन का हिस्सा बनाना पड़ेगा आने वाले कुछ लंबे समय के लिए। क्योंकि आजकल कुछ लोगों को ये भ्रांति हो गई है कि कोरोना से हमने पार पा ली। लॉकडाउन खोला है इसलिए ताकि जो आर्थिक व्यवस्था है, जो अर्थव्यवस्था है, वो दोबारा से पटरी पे आना शुरू हो जाए। लेकिन लॉकडाउन खोलने का ये मतलब नहीं है कि कोरोना से हमें मुक्ति मिल गई। कोरोना अभी हमारे जीवन का सत्य रहेगा कुछ समय के लिए। और उसका बचाव सिर्फ यही है जो मैंने 3 बातें कही कि फिज़िकल डिस्टेंसिंग, मास्क का इस्तेमाल करना और अपना जितना हो सके साफ़ सफाई का ख्याल रखना। पंजाब के लुधियाना में शहीदों को श्रद्धांजलि भेंट की गई। इस दौरान कांग्रेस के नेताओं व कार्यकर्ताओं ने केंद्र सरकार से अपील की कि चीन के खिलाफ सख्त कार्रवाई की जाए। पंजाब के लुधियाना में शहीदों को श्रद्धांजलि भेंट की गई। इस दौरान कांग्रेस के नेताओं व कार्यकर्ताओं ने महात्मा गांधी के बुत के आगे मोमबत्तियां जलाईं। साथ ही उन्होंने केंद्र सरकार से मांग की कि चीन के खिलाफ सख्त कार्रवाई की जाए। ਅੱਜ ਦਾ ਜਿਹੜਾ ਸਾਡਾ ਇਹ ਪ੍ਰੋਟੈਸਟ ਹੈ, ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਅਸੀਂ ਚਰਨਾਂ 'ਚ ਬੈਠੇ ਹਾਂ, ਜਿਨ੍ਹਾਂ ਨੇ ਦੇਸ਼ ਦੀ ਕੁਰਬਾਨੀ ਦਿੱਤੀ, ਦੇਸ਼ ਨੂੰ ਆਜ਼ਾਦ ਕਰਾਇਆ। ਤੇ ਜਿਹੜੇ ਸਾਡੇ ਬੰਦੇ ਚਾਈਨਾ ਦੀ ਧਰਤੀ ਤੇ, ਜਦੋਂ ਵੀ ਉੱਤੇ ਪਤਾ ਕਿ ਸਾਡੀ ਚਾਈਨਾ ਨਾਲ ਬੰਦੀ ਨਹੀਂ, ਚਾਈਨਾ ਹਰ ਵੇਲੇ ਸਾਡੇ ਹਲਕੇ ਦੇ ਵਿੱਚ, ਇੰਡੀਆ ਦੇ ਵਿੱਚ ਕਿਤੇ ਨਾ ਕਿਤੇ ਘੁਸਪੈਠ ਕਰਦਾ ਰਹਿੰਦਾ। ਤੇ ਮੋਦੀ ਸਰਕਾਰ ਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਮੋਦੀ ਸਾਹਿਬ, ਜਦੋਂ ਸਾਨੂੰ ਪਤਾ ਕਿ ਉਹ ਸਾਡੇ ਨਾਲ ਢਿੱਡੋਂ ਠੀਕ ਨਹੀਂ ਹੈਗਾ, ਤੇ ਆਪਾਂ ਉੱਥੇ ਜੇ ਆਪਣੇ ਨਿਹੱਥੇ ਬੰਦਿਆਂ ਨੂੰ ਉੱਥੇ ਭੇਜਾਂਗੇ, ਬਿਨਾਂ ਅਸਰ ਤੋਂ ਭੇਜਾਂਗੇ, ਉਹਨੂੰ ਸਾਡੇ 20 ਸ਼ਹੀਦਾਂ ਨੂੰ ਉਹਨੇ ਸ਼ਹੀਦ ਕਰ ਦਿੱਤਾ। ਉਹਨਾਂ ਜ਼ਿਕਰ ਕਰਨਲ ਵੀ ਸੀ, 4 ਸਾਡੇ ਪੰਜਾਬ ਦੇ ਜਵਾਨ ਵੀ ਸੀ। ਸਭ ਤੋਂ ਪਹਿਲਾਂ ਅਸੀਂ ਅੱਜ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ, ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ। ਔਰ ਇਹਦੇ ਨਾਲ ਨਾਲ ਅਸੀਂ ਮੋਦੀ ਸਾਹਿਬ ਤੋਂ ਪੁੱਛਣਾ ਵੀ ਚਾਹੁੰਦੇ ਹਾਂ ਕਿ ਉਹ ਬਾਰ-ਬਾਰ ਸਾਡੇ ਹਲਕੇ 'ਚ ਘੁਸਪੈਠ ਕਰ ਰਹੇ ਆ, ਤੁਸੀਂ ਇਹਨਾਂ ਦੇ ਖਿਲਾਫ ਐਕਸ਼ਨ ਕਿਉਂ ਨਹੀਂ ਲੈਂਦੇ। ਸੱਦੇ ਦੇ ਪੂਰੇ ਦੇਸ਼ ਦੇ ਵਿੱਚ ਅਸੀਂ ਆਪਣੇ ਸ਼ਹੀਦਾਂ ਕੋ ਸਲਾਮ ਦਿਵਸ ਦੇ ਨਾਮ ਦੇ ਉੱਤੇ ਅੱਜ ਦਾ ਦਿਨ ਪੂਰੇ ਦੇਸ਼ 'ਚ ਮਨਾਇਆ ਜਾ ਰਿਹਾ। ਉਸੇ ਕੜੀ ਦੇ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਇੱਥੇ ਸਾਡੇ ਮਹਾਤਮਾ ਗਾਂਧੀ ਜੀ ਦੇ ਸਟੈਚੂ ਦੇ ਉੱਤੇ ਬੈਠ ਕੇ 11 ਤੋਂ 12 ਦਾ ਜੋ ਟਾਈਮ ਹੈ ਉੱਤੇ ਬੈਠ ਕੇ ਅਸੀਂ ਉਹਨਾਂ ਸ਼ਹੀਦਾਂ ਨੂੰ ਸਲਾਮ ਕਰ ਰਹੇ ਹਾਂ, ਜਿਨ੍ਹਾਂ ਨੇ ਸਾਡੀ ਦੇਸ਼ ਦੀ ਰੱਖਿਆ ਦੀ ਖਾਤਰ, ਸਾਡੇ ਦੇਸ਼ ਦੀ ਅਣਖ ਦੀ ਖਾਤਰ ਅੱਜ ਸਾਡੇ 20 ਜਵਾਨ शहीद हुए हैं। ब्यूरो रिपोर्ट D5 चैनल हिंदी। पंजाब के फाजिलका जिले में टिड्डी दल को लेकर हाई अलर्ट जारी किया गया है। फाजिलका के डीसी ने दावा किया है कि टिड्डी दल से निपटने के लिए तमाम तैयारियां कर ली गई हैं। टिड्डी दल के संबंध च असी आपदी तैयारी पूरी की हुई है। इस विषय च असी मीटिंग्स 3-4 बारी असी ऑलरेडी कर चुके हैं, वार वार रिव्यू किया इंप्रेशन देने तो बाद, एंड 3-4 बारी पिछले 2 महीने के दौरान 3-4 बारी हमले होए सीगे। ज़्यादातर वो राजस्थान एरिए च होए सीगे। सानू शंका सी भी शायद साडे जिले च भी टिड्डी दल का असर होएगा, पर वो राजस्थान तो ही पिछों ही कुछ हवा का रुख इस किस्म का हो गया, वो डाइवर्जन उन्होंने टिड्डी दल की उत्थों हो गई और साडे बचा रहा, साडे उत्थे नहीं इफेक्ट होया। और बाकी अदरवाइज साडे डिस्ट्रिक्ट वालों साडी सारे हमले वालों पूरी तैयारी है। साडियां टीम्स बनिया हुई हैं, पिंड पद्धर दियां, हैडकुआटर पद्धर ते साडे कंट्रोल रूम भी स्थापित ने एग्रीकल्चर महकमे वालों। इस बुलेटिन में फिलहाल इतना ही। मुझे यानी धर्मेंद्र संधू को दीजिए इजाज़त। धन्यवाद।